ਪਿਆਰੇ ਵਿਦਿਆਰਥੀਓ, ਅੱਜ ਇਸ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦਾ ਇਹ ਲੈਕਚਰ ਵਿਸ਼ੇਸ਼ ਤੌਰ ਤੇ MA ਦੇ ਵਿਦਿਆਰਥੀਆਂ ਦੇ ਲਈ ਤਿਆਰ ਕੀਤਾ ਗਿਆ। MA ਦੇ ਵਿੱਚ ਇੱਕ ਕਿਤਾਬ ਇਕਾਂਗੀਆਂ ਦੀ ਹੈ, ਜਿਸ ਦੇ ਵਿੱਚ ਇੱਕ ਇਕਾਂਗੀ ਨਾਇਕ ਜਿਹੜਾ ਉਹ ਸਿਲੇਬਸ ਦੇ ਵਿੱਚ ਲਾਇਆ ਗਿਆ। ਤੋ ਉਸ ਨਾਇਕ ਇਕਾਂਗੀ ਨੂੰ ਆਧਾਰ ਬਣਾ ਕੇ ਅਸੀਂ ਅੱਜ ਵਿਚਾਰ ਚਰਚਾ ਸਾਂਝੀ ਕਰਾਂਗੇ। ਤੋ ਅੱਜ ਦਾ ਵਿਸ਼ਾ ਹੈ ਗੁਰਸ਼ਰਨ ਸਿੰਘ ਰਚਿਤ ਇਕਾਂਗੀ ਨਾਇਕ ਸਾਹਿਤਕ ਪੜਚੋਲ। ਇਕਾਂਗੀਕਾਰ ਬਾਰੇ ਯਾਨੀ ਗੁਰਸ਼ਰਨ ਸਿੰਘ ਜੀ ਬਾਰੇ ਥੋੜਾ ਜਾਣ ਲਈਏ। ਗੁਰਸ਼ਰਨ ਸਿੰਘ ਪੰਜਾਬੀ ਨਾਟਕ ਰੰਗਮੰਚ ਵਿੱਚ ਇੱਕ ਸਥਾਪਿਤ ਨਾਮ ਹੈ, ਜਿਹਦੇ ਨਾਮ ਨਾਲ ਨੁੱਕੜ ਨਾਟਕ ਸ਼ੈਲੀ ਨੂੰ ਜੋੜਿਆ ਜਾਂਦਾ ਹੈ। ਇਨਕਲਾਬੀ ਸੁਰ ਵਾਲੇ ਇਸ ਨਾਟਕਕਾਰ ਨੇ ਸਮਾਜ ਤੇ ਰਾਜਨੀਤੀ ਦੇ ਆਡੰਬਰਾਂ ਨੂੰ ਆਪਣੀ ਰਚਨਾ ਦਾ ਆਧਾਰ ਬਣਾਇਆ। ਉਹ ਸਮਾਜ ਤੇ ਰਾਜਨੀਤੀ ਦੇ ਸਾਰੇ ਮਸਲਿਆਂ ਦੀ ਮੂਲ ਚੂਲ ਆਰਥਿਕਤਾ ਨੂੰ ਮੰਨਦਾ ਹੈ ਅਤੇ ਸ਼ੋਸ਼ਿਤ ਧਿਰਾਂ ਦੇ ਹੱਕ 'ਚ ਨਾਅਰਾ ਮਾਰਦਾ ਹੈ। ਜਨ ਸਧਾਰਨ ਨੂੰ ਚੇਤਨ ਕਰਨ ਲਈ ਉਹਨੇ ਮੰਚ ਰਹਿਤ ਸਧਾਰਨ ਨੁੱਕੜ ਨਾਟਕ ਸ਼ੈਲੀ ਨੂੰ ਆਪਣੇ ਵਿਚਾਰਾਂ ਦੇ ਪ੍ਰਸਾਰ ਲਈ ਹਥਿਆਰ ਬਣਾਇਆ। ਹੁਣ ਅਸੀਂ ਨਾਇਕ ਇਕਾਂਗੀ ਦੇ ਵਿਸ਼ਾ ਵਸਤੂ ਉੱਤੇ ਵਿਚਾਰ ਵਟਾਂਦਰਾ ਸਾਂਝਾ ਕਰਦੇ ਹਾਂ। ਅਸਲ ਦੇ ਵਿੱਚ ਇਹ ਜੋ ਇਕਾਂਗੀ ਹੈ, ਇਹ ਪੀੜੀ ਪਾੜੇ ਤੋਂ ਲੈ ਕੇ ਆਜ਼ਾਦੀ ਤੋਂ ਬਾਅਦ ਪੁਲਿਸ ਅਕਾਦਮਿਕ ਨਿਆਂ ਪ੍ਰਬੰਧ ਵਿੱਚ ਫੈਲੇ ਭ੍ਰਿਸ਼ਟਾਚਾਰ, ਸਿਫਾਰਿਸ਼, ਰਿਸ਼ਵਤ ਦੀ ਅਸਲ ਪੇਸ਼ਕਾਰੀ ਕਰਦਾ ਹੈ। ਮੁੱਖ ਤੌਰ ਤੇ ਜਿਹਦੇ ਅਸੀਂ ਪੁਆਇੰਟ ਕੱਢਣੇ ਹੋਣ ਵਿਦਿਆਰਥੀਆਂ ਦੇ ਲਈ ਤਾਂ ਅਸੀਂ ਪੀੜੀ ਪਾੜਾ, ਲੋਕਤੰਤਰੀ ਯਥਾਰਥ ਦਾ ਟੁੱਟਦਾ ਭਰਮ, ਆਜ਼ਾਦੀ ਉਪਰੰਤ ਪੁਲਿਸ ਅਕਾਦਮਿਕ ਨਿਆਂ ਪ੍ਰਬੰਧ ਵਿੱਚ ਫੈਲੇ ਭ੍ਰਿਸ਼ਟਾਚਾਰ, ਸਿਫਾਰਿਸ਼, ਰਿਸ਼ਵਤ ਦੀ ਅਸਲ ਪੇਸ਼ਕਾਰੀ, ਨੌਜਵਾਨਾਂ ਦਾ ਦੂਰਾ ਸੰਘਰਸ਼, ਨੈਕਟਿਵ ਦੇ ਨਵੇਂ ਪ੍ਰਤੀਮਾਨ, ਇਨਕਲਾਬੀ ਸੁਰ ਵਿੱਚ ਇਨਕਲਾਬੀ ਵਿਚਾਰਾਂ ਦਾ ਪ੍ਰਚਾਰ। ਤਾਂ ਸਭ ਤੋਂ ਪਹਿਲਾਂ ਪੀੜੀ ਪਾੜੇ ਦੀ ਗੱਲ ਕਰੀਏ। ਇਸ ਇਕਾਂਗੀ ਵਿੱਚ ਦੋ ਤਰ੍ਹਾਂ ਦੀ ਸਾਨੂੰ ਵਿਚਾਰਾਂ ਦੀ ਭਿੰਨਤਾ ਦੇਖਣ ਨੂੰ ਮਿਲਦੀ ਹੈ। ਇੱਕ ਅਗਾਂਹ ਵਧੂ ਸ਼੍ਰੇਣੀ, ਇੱਕ ਪਿਛਾਂਹ ਖਿੱਚੂ। ਪਿਛਾਂਹ ਖਿੱਚੂ ਜਿਸ ਦੀ ਪ੍ਰਤੀਨਿਧਤਾ ਪਿਤਾ ਕਰਦਾ ਹੈ, ਪਿਤਾ ਜੋ ਹੋਰ ਵੀ ਵੱਖਰੇ ਵੱਖਰੇ ਭੂਮਿਕਾਵਾਂ ਰੋਲ ਦੇ ਵਿੱਚ ਆਉਂਦਾ ਹੈ। ਨਾਲ ਹੀ ਅਗਾਂਹ ਵਧੂ ਵਿਚਾਰਾਂ ਦੀ ਪ੍ਰਤੀਨਿਧਤਾ ਉਸਦਾ ਪੁੱਤਰ ਕਰਦਾ ਹੈ, ਜੋ ਬਹੁਤ ਹੀ ਪੜ੍ਹਿਆ ਲਿਖਿਆ, ਸਮਝਦਾਰ, ਸੂਝਵਾਨ, ਸੰਘਰਸ਼ੀ ਤੇ ਤੇਜਸਵੀ ਨੌਜਵਾਨ ਹੈ। ਇਹਨਾਂ ਦੋਨਾਂ ਪੀੜ੍ਹੀਆਂ ਦੀ ਜਿਹੜੀ ਟੱਕਰ ਹੈ ਉਹ ਇਸ ਇਕਾਂਗੀ ਵਿੱਚ ਦੇਖਣ ਨੂੰ ਮਿਲਦੀ ਹੈ। ਨਾਲ ਹੀ ਲੋਕਤੰਤਰੀ ਯਥਾਰਥ ਦਾ ਜਿਹੜਾ ਭਰਮ ਹੈ ਉਹ ਇਸ ਇਕਾਂਗੀ ਵਿੱਚ ਟੁੱਟਦਾ ਹੈ। ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਨੇ, ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ, ਸ਼ਹੀਦੀਆਂ ਪਾ ਕੇ ਜੋ ਭਾਰਤ ਦੇ ਲੋਕਤੰਤਰ ਲਈ ਆਜ਼ਾਦੀ ਲਈ ਸੀ, ਉਹ ਕਿਤੇ ਗੁਆਚਦੀ ਨਜ਼ਰ ਆਉਂਦੀ ਹੈ। ਦੇਸ਼ ਦੀ ਇਸ ਤਰ੍ਹਾਂ ਦੀ ਸਥਿਤੀ ਵਿੱਚ ਨੌਜਵਾਨ ਜ਼ਿਆਦਾ ਪਿਸਦਾ ਹੈ। ਆਜ਼ਾਦੀ ਤੋਂ ਬਾਅਦ ਜੋ ਪੁਲਿਸ ਪ੍ਰਸ਼ਾਸਨ ਹੈ, ਇਸ ਇਕਾਂਗੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਨੌਜਵਾਨ ਦਾ ਵਾਹ ਹੈ ਜਿਹੜਾ ਉਹ ਪੁਲਿਸ ਨਾਲ ਪੈਂਦਾ ਹੈ, ਅਕਾਦਮਿਕਤਾ ਨਾਲ ਪੈਂਦਾ ਜਦੋਂ ਉਹ ਨੌਕਰੀ ਲੈਣ ਜਾਂਦਾ ਹੈ। ਨਾਲ ਹੀ ਫਿਰ ਉਸ ਉੱਤੇ ਇੱਕ ਕੇਸ ਹੁੰਦਾ ਹੈ, ਉਸ ਪ੍ਰਕਿਰਿਆ ਦੇ ਵਿੱਚੋਂ ਲੰਘਦਿਆਂ ਉਸਦਾ ਵਾਹ ਨਿਆਂ ਪ੍ਰਬੰਧ ਨਾਲ ਪੈਂਦਾ ਹੈ। ਤਾਂ ਉਹਦੇ ਵਿੱਚ ਜੋ ਭ੍ਰਿਸ਼ਟਾਚਾਰ ਹੈ, ਸਿਫਾਰਿਸ਼ ਹੈ, ਰਿਸ਼ਵਤ ਹੈ, ਉਹ ਕਿਸ ਤਰ੍ਹਾਂ ਸਾਡੇ ਸਮਾਜ ਦੀ ਇੱਕ ਘਿਨਾਉਣੀ ਤਸਵੀਰ ਪੇਸ਼ ਕਰਦਾ ਹੈ, ਇਸ ਇਕਾਂਗੀ ਦੇ ਵਿੱਚ ਅਸੀਂ ਵੇਖ ਸਕਦੇ ਹਾਂ। ਨੌਜਵਾਨ ਇਸ ਵਿੱਚ ਦੂਹਰੇ ਰੂਪ 'ਚ ਸੰਘਰਸ਼ ਕਰਦੇ ਨੇ। ਇੱਕ ਤਾਂ ਉਹ ਆਪਣੇ ਉੱਤੇ ਜ਼ੁਲਮ ਸਹਿੰਦੇ ਨੇ, ਦੂਜਾ ਇਹ ਜ਼ੁਲਮ ਆਜ਼ਾਦ ਮੁਲਕ ਦੇ ਵਾਸੀ ਹੋ ਕੇ ਸਹਿੰਦੇ ਨੇ, ਚਾਹੇ ਉਹ ਰਿਸ਼ਵਤ ਦੇਣ ਵਾਲਾ ਹੋਵੇ ਕੰਮ, ਚਾਹੇ ਉਹ ਭ੍ਰਿਸ਼ਟਾਚਾਰ ਦੀ ਗੱਲ ਹੋਵੇ, ਚਾਹੇ ਉਹ ਸਿਫਾਰਿਸ਼ ਨਾਲ ਮਿਲਦੀਆਂ ਨੌਕਰੀਆਂ ਹੋਣ। ਤੋ ਇਹ ਇਕਾਂਗੀ ਉਸ ਲੋਕਤੰਤਰ ਦੇ ਪ੍ਰਤੀਮਾਨਾਂ ਨੂੰ ਚੈਲੰਜ ਕਰਦਾ ਨਜ਼ਰ ਆਉਂਦਾ ਹੈ, ਜਿਸ ਦੀ ਸਥਾਪਨਾ ਸਾਡੇ ਸ਼ਹੀਦਾਂ ਨੇ,
ਜਿਸ ਦੀ ਸੋਚ ਸਾਡੇ ਸ਼ਹੀਦਾਂ ਨੇ ਸੋਚੀ ਸੀ। ਨੈਕਟਿਵ ਦੇ ਨਵੇਂ ਪ੍ਰਮਾਣ ਸਿਰਜਦਾ ਇਹ ਇਕਾਂਗੀ ਅਜਿਹੇ ਵਿਸ਼ੇਸ਼ ਤੌਰ ਤੇ ਨਾਇਕ ਚਾਹੁੰਦਾ ਹੈ ਕਿ ਇਹ ਨਾਇਕ ਉਹ ਨਾ ਹੋਣ ਜੋ ਦਰਵਾਜ਼ੇ ਥਾਣੀ ਅੰਦਰ ਨਹੀਂ ਜਾ ਸਕਦੇ, ਖਿੜਕੀ ਥਾਣੀ ਬਾਹਰ ਨਹੀਂ ਝਾਕ ਸਕਦੇ, ਫਿਰ ਵੀ ਦਾਅਵਾ ਕਰਦੇ ਨੇ ਕਿ ਘਰ ਉਹਨਾਂ ਦਾ ਆਪਣਾ ਘਰ ਹੈ। ਇਹ ਨਾਇਕ ਉਹ ਨਾ ਹੋਣ ਜਿਨ੍ਹਾਂ ਦੇ ਬੋਲ ਆਵਾਜ਼ ਨਹੀਂ ਧਾਰਦੇ, ਜਿਨ੍ਹਾਂ ਦੇ ਸਿਰਾਂ ਨੂੰ ਸੀਸ ਦਾ ਰੁਤਬਾ ਨਹੀਂ ਮਿਲਦਾ, ਫਿਰ ਵੀ ਦਾਅਵਾ ਕਰਦੇ ਨੇ ਤਾਜ ਉਹਨਾਂ ਦੇ ਸਿਰ ਤੇ ਹੈ। ਇਹ ਨਾਇਕ ਉਹ ਨਾ ਹੋਣ ਜੋ ਸਿਰ ਭਾਰ ਸਿਰਫ ਇਸ ਲਈ ਤੁਰਦੇ ਨੇ ਕਿ ਪੈਰਾਂ ਵਿੱਚ ਕੰਡੇ ਨਾ ਚੁੱਭ ਜਾਣ, ਫਿਰ ਵੀ ਦਾਅਵਾ ਕਰਦੇ ਨੇ ਨਿਸ਼ਾਨ ਉਹਨਾਂ ਦੇ ਪੈਰਾਂ ਦੇ ਹੀ ਰਹਿਣਗੇ। ਇਹ ਨਾਇਕ ਉਹ ਨਾ ਹੋਣ ਜਿਨ੍ਹਾਂ ਦਾ ਦਿਨ ਜ਼ਰਦ ਪੱਤਿਆਂ ਦਾ ਜਨਾਜ਼ਾ ਉਠਾਉਣ ਨਾਲ ਚੜ੍ਹਦਾ ਹੈ ਤੇ ਰਾਤ ਪੈਂਦੀ ਹੈ ਮੁਰਝਾਏ ਫੁੱਲਾਂ ਦੀ ਅਰਥੀ ਚੁੱਕਣ ਨਾਲ, ਫਿਰ ਵੀ ਦਾਅਵਾ ਕਰਦੇ ਨੇ ਕਿ ਮੌਸਮ ਉਹਨਾਂ ਦੇ ਹੁਕਮ ਨਾਲ ਚੱਲਦਾ ਹੈ। ਯਾਨੀ ਇਹ ਇਕਾਂਗੀ ਰਾਹੀਂ ਸਮਾਜ ਦੀ ਅਗਵਾਈ ਜਿਸ ਨੌਜਵਾਨ ਪੀੜ੍ਹੀ ਨੇ ਕਰਨੀ ਹੈ, ਸਾਡੇ ਗੁਰਸ਼ਰਨ ਸਿੰਘ ਇਕਾਂਗੀਕਾਰ ਉਹ ਨਾਇਕਤਵ ਦੇ ਪ੍ਰਤੀਮਾਨ ਸਿਰਜਦੇ ਸਾਨੂੰ ਨਜ਼ਰ ਆਉਂਦੇ ਨੇ। ਇਸ ਇਕਾਂਗੀ ਰਾਹੀਂ ਉਹਨਾਂ ਨੇ ਆਪਣੇ ਇਨਕਲਾਬੀ ਵਿਚਾਰਾਂ ਦਾ ਪ੍ਰਚਾਰ ਤੇ ਪ੍ਰਸਾਰ ਬੜੇ ਹੀ ਡਟਵੇਂ ਢੰਗ ਨਾਲ ਕੀਤਾ। ਜੇ ਇਸ ਇਕਾਂਗੀ ਦੇ ਕਲਾ ਪੱਖ ਦੀ ਗੱਲ ਕਰੀਏ ਤਾਂ ਇਹ ਇਕਾਂਗੀ ਪਰੰਪਰਿਕ ਇਕਾਂਗੀ ਦੇ ਰੂਪ ਨੂੰ ਤੋੜਦਾ ਹੋਇਆ ਨਜ਼ਰ ਆਉਂਦਾ ਹੈ। ਇਹ ਜਿਹੜਾ ਟੁੱਟਣਾ ਹੈ ਉਹ ਇਸ ਗੱਲ ਕਰਕੇ ਹੈ ਕਿਉਂਕਿ ਇਸ ਵਿੱਚ ਜਿੱਥੇ ਇੱਕ ਪਾਸੇ ਕਾਰਜ ਵਾਪਰਦਾ ਹੈ, ਦੂਜੇ ਪਾਸੇ ਬਿਰਤਾਂਤ ਵੀ ਨਜ਼ਰ ਆਉਂਦਾ ਹੈ। ਨੁੱਕੜ ਨਾਟਕ ਦੀ ਵਿਧੀ ਜਿੱਥੇ ਨਜ਼ਰ ਆਉਂਦੀ ਹੈ, ਉੱਥੇ ਬ੍ਰੈਖਟ ਦਾ ਵਿੱਤ ਸਿਰਜਣ ਦਾ ਸਿਧਾਂਤ ਵੀ ਨਜ਼ਰ ਆਉਂਦਾ ਹੈ। ਕਾਰਜ ਦੀ ਜੇ ਗੱਲ ਕਰੀਏ, ਨਾਟਕ ਵਿੱਚ ਦਫ਼ਤਰ ਅਤੇ ਕਚਹਿਰੀ ਵਿੱਚ ਮੁੱਖ ਰੂਪ ਵਿੱਚ ਕਾਰਜ ਘਟਨਾਵਾਂ ਵਾਪਰਦੀਆਂ ਨਜ਼ਰ ਆਉਂਦੀਆਂ ਨੇ ਜੋ ਇਸ ਨੂੰ ਨਾਟਕ ਦੇ ਹਿੱਸੇ ਵਿੱਚ ਜੋੜਦੀਆਂ ਨੇ। ਦੂਜੇ ਪਾਸੇ ਬਿਆਨ ਹੋਣ ਨਾਲ ਯਾਨੀ ਬਿਰਤਾਂਤਕਾਰੀ ਦੇ ਨਾਲ ਜੋ ਚੀਜ਼ਾਂ ਜੋੜਦੀਆਂ ਨੇ ਉਹ ਹੈ ਘਰ ਦਾ ਦ੍ਰਿਸ਼, ਦਫ਼ਤਰ ਦੀ ਘਟਨਾ, ਦੁਬਾਰਾ ਫੇਰ ਘਰ ਦਾ ਦ੍ਰਿਸ਼ ਅਤੇ ਜੇਲ੍ਹ ਦਾ ਦ੍ਰਿਸ਼, ਜੋ ਇਸ ਨੂੰ ਬਿਰਤਾਂਤ ਦੇ ਨਾਲ ਜੋੜਦਾ ਹੈ। ਇਹਨਾਂ ਦੋਨਾਂ ਤੋਂ ਬਾਹਰ ਕਾਰਜ ਤੇ ਬਿਆਨ ਦੇ ਖੱਪੇ ਨੂੰ ਸੂਤਰਧਾਰ ਵਿਧੀ ਰਾਹੀਂ ਭਰਿਆ ਗਿਆ ਹੈ। ਯਾਨੀ ਇਹ ਇਕਾਂਗੀ ਪਰੰਪਰਕ ਇਕਾਂਗੀ ਦੇ ਰੂਪ ਤੋਂ ਅਗਾਂਹ ਵੱਧ ਕੇ ਕਾਰਜ ਤੇ ਬਿਰਤਾਂਤ ਦੇ ਸੁਮੇਲ ਨਾਲ ਪੇਸ਼ ਹੁੰਦਾ ਹੈ। ਪਾਤਰ ਚਿੱਤਰਨ ਪੱਖੋਂ ਜੇ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਪਾਤਰ ਚਿੱਤਰਨ ਇਸ ਇਕਾਂਗੀ ਦੇ ਵਿੱਚ ਕੀਤਾ ਗਿਆ ਹੈ। 2 ਪਾਤਰਾਂ ਨਹੀਂ 4 ਪਾਤਰਾਂ ਦੀ ਗੱਲ ਹੈ ਜਿਹੜੀ ਉਹ ਕੀਤੀ ਗਈ ਹੈ। ਇੱਕ ਪੁੱਤਰ ਤੇ ਇੱਕ ਪਿਤਾ। ਇੱਕ ਨੌਜਵਾਨ ਪੁੱਤਰ ਹੈ ਜਿਹੜਾ ਉਹ ਤਰਕਵਾਦੀ, ਸੰਘਰਸ਼ੀ, ਜ਼ਿੰਮੇਵਾਰ, ਸੂਝਵਾਨ ਦਿਖਾਇਆ ਗਿਆ, ਜਦੋਂ ਕਿ ਵੱਖ-ਵੱਖ ਭੂਮਿਕਾਵਾਂ ਦੇ ਵਿੱਚ ਪਿਤਾ ਹੈ ਜਿਹੜਾ ਉਹ ਪਿਛਾਂਹ ਖਿੱਚੂ ਪੀੜ੍ਹੀ ਦੇ ਰੂਪ ਵਿੱਚ ਦਿਖਾਇਆ ਗਿਆ। ਇੱਥੇ ਇਹ ਵੀ ਗੱਲ ਸਪਸ਼ਟ ਕਰਦੀ ਹੈ ਵਿਦਿਆਰਥੀਆਂ ਨੂੰ ਕਿ ਇੱਥੇ ਐਪਿਕ ਥੀਏਟਰ ਵਿਧੀ ਰਾਹੀਂ ਪਾਤਰ ਜਿਉਣ ਦੀ ਥਾਂ ਪੇਸ਼ ਕੀਤੇ ਗਏ ਨੇ, ਕਿਉਂਕਿ ਬ੍ਰੈਖਟ ਦੀ ਜਿਹੜੀ ਇਹ ਧਾਰਨਾ ਸੀ ਵਿੱਤ ਸਿਰਜਣ ਦੀ ਕਿ ਪਾਤਰ ਜਿਹੜੇ ਉਹ ਜ਼ਿੰਦਗੀ ਨੂੰ ਜਿਉਣ ਦੀ ਬਜਾਏ ਜ਼ਿੰਦਗੀ ਨੂੰ ਰੰਗਮੰਚ ਉੱਤੇ ਪੇਸ਼ ਕਰਨ, ਤਾਂ ਕਿ ਉਹਨਾਂ ਦੇ ਸਾਹਮਣੇ ਬੈਠੇ ਜੋ ਦਰਸ਼ਕ ਨੇ ਉਹ ਇੱਕ ਵਿੱਥ ਤੇ ਰਹਿ ਕੇ ਉਸ ਚੀਜ਼ ਨੂੰ ਮੁਲਾਂਕਣ ਕਰ ਸਕਣ। ਸੋ ਇਸ ਦੇ ਵਿੱਚ ਵੀ ਵੱਖ-ਵੱਖ ਭੂਮਿਕਾਵਾਂ ਦੇ ਵਿੱਚ ਪਿਤਾ ਜਿਹੜਾ ਉਹ ਸਾਨੂੰ ਨਜ਼ਰ ਆਉਂਦਾ ਹੈ ਤੇ ਸਭ ਦੇ ਸਾਹਮਣੇ ਹੀ ਉਹ ਦੂਜੀ ਭੂਮਿਕਾ ਦੇ ਵਿੱਚ ਤਬਦੀਲ ਹੁੰਦਾ ਹੈ। ਨਵੀਂ ਪੀੜ੍ਹੀ ਤੇ ਪੁਰਾਣੀ ਪੀੜ੍ਹੀ ਦੀ ਮਾਨਸਿਕਤਾ ਅਨੁਸਾਰ ਸਿਰਜੇ ਪਾਤਰ ਨੇ। ਇੱਕ ਗੱਲ ਹੋਰ ਇੱਥੇ ਵਿਸ਼ੇਸ਼ ਤੌਰ ਤੇ ਕਰਨੀ ਬਣਦੀ ਹੈ ਕਿ ਇਕਾਂਗੀਕਾਰ ਨੇ ਇਹ ਗੱਲ ਵੀ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪਿਤਾ ਦੇ ਰੂਪ ਵਿੱਚ ਹੋਵੇ, ਭਾਵੇਂ ਅਫਸਰ ਦੇ ਰੂਪ ਵਿੱਚ ਹੋਵੇ, ਭਾਵੇਂ ਹੋਵੇ ਜੱਜ ਦੀ ਕੁਰਸੀ ਤੇ ਬੈਠਾ, ਪਿਤਾ ਦੇ ਰੂਪ ਵਿੱਚ, ਜੱਜ ਦੇ ਰੂਪ ਵਿੱਚ ਤੇ ਅਫਸਰ ਦੇ ਰੂਪ ਵਿੱਚ ਇਹ ਪੁਰਾਣੀ ਪੀੜ੍ਹੀ ਪਿਛਾਂਹ ਖਿੱਚੂ ਹੀ ਵਿਖਾਈ ਗਈ ਹੈ। ਇਸ ਦਾ ਮਤਲਬ ਸਾਡੇ ਇਕਾਂਗੀਕਾਰ ਸਮਾਜ ਦੀ ਵਾਗਡੋਰ ਨੌਜਵਾਨ ਹੱਥਾਂ ਦੇ ਵਿੱਚ ਸੰਭਾਲਣ ਦੇ ਲਈ ਜ਼ੋਰ ਦੇ ਰਹੇ ਨੇ। ਭਾਸ਼ਾ ਤੇ ਸੰਵਾਦ ਦੀ ਜੇ ਗੱਲ ਕਰੀਏ ਤਾਂ ਜਜ਼ਬਾਤ ਅਤੇ ਤਰਕ ਭਰਪੂਰ ਸੰਵਾਦ ਇਸ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਨੇ। ਬਹੁਤ ਸਾਰਾ ਤਕਰਾਰ ਜਜ਼ਬਾਤੀ ਪੱਧਰ ਤੇ ਪਿਓ ਤੇ ਪੁੱਤਰ ਦੇ ਵਿਚਕਾਰ ਹੁੰਦਾ ਹੈ, ਜਦਕਿ ਪੁੱਤਰ ਦੀਆਂ ਤਰਕ ਭਰਪੂਰ ਦਲੀਲਾਂ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ ਨੇ।
ਬਹੁਤ ਸਾਰੀਆਂ ਵਿਦਰੋਹੀ ਭਾਵਨਾਵਾਂ ਭਰੇ ਸੰਵਾਦ ਸਾਨੂੰ ਇਸ ਵਿੱਚ ਦੇਖਣ ਨੂੰ ਮਿਲ ਜਾਂਦੇ ਨੇਗੇ। ਸੰਖੇਪ ਤੇ ਉੱਚੇ ਬੋਲ ਸਕਣ ਦੀ ਸਮਰੱਥਾ ਵਾਲੇ ਸੰਵਾਦ ਨੇ ਉਹ ਇਕਾਂਗੀਕਾਰ ਨੇ ਸਿਰਜੇ ਨੇ, ਕਿਉਂਕਿ ਇਹ ਨੁੱਕੜ ਨਾਟਕ ਸ਼ੈਲੀ ਦੇ ਨਾਲ ਪਰੋਇਆ ਗਿਆ। ਸੋ ਇਹ ਭਾਸ਼ਾ ਤੇ ਸੰਵਾਦ ਪੱਖੋਂ ਬੇਹੱਦ ਮਕਬੂਲੀਅਤ ਪ੍ਰਾਪਤ ਇਕਾਂਗੀ ਹੈ। ਸਿਰਲੇਖ ਦੀ ਜੇ ਗੱਲ ਕਰੀਏ, ਕਿਸੇ ਵੀ ਇਕਾਂਗੀ ਦਾ ਸਿਰਲੇਖ ਬੜਾ ਹੀ ਮਹੱਤਵਪੂਰਨ ਹੈ। ਨੌਜਵਾਨ ਪੀੜ੍ਹੀ ਸਮਾਜ ਦੀ ਅਸਲ ਨਾਇਕ। ਮੈਂ ਸ਼ੁਰੂ ਦੇ ਵਿੱਚ ਗੱਲ ਕਰਕੇ ਤੁਹਾਨੂੰ ਦੱਸਿਆ ਸੀ ਕਿ ਨਵੇਂ ਪ੍ਰਤਿਮਾਨ ਇਕਾਂਗੀਕਾਰ ਸਿਰਜਣਾ ਚਾਹੁੰਦਾ ਹੈ। ਸੋ ਨੌਜਵਾਨ ਪੀੜ੍ਹੀ ਸਮਾਜ ਦੀ ਅਸਲ ਨਾਇਕ ਹੋਣੀ ਚਾਹੀਦੀ ਹੈ, ਇੱਕ ਭਾਵ ਇਸ ਦਾ ਇਹ ਨਿਕਲਦਾ ਹੈ। ਦੂਜਾ, ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਪ੍ਰਤੀਨਿਧਤਾ ਕਰਨੀ ਚਾਹੀਦੀ ਹੈ। ਅਜਿਹੇ ਨਾਇਕ ਦੀ ਤਲਾਸ਼ ਸਾਡੇ ਇਕਾਂਗੀਕਾਰ ਨੂੰ ਹੈ ਜੋ ਜ਼ਿੰਦਗੀ ਸਮਾਜ ਦੇ ਸਥਾਪਿਤ ਮੁੱਲਾਂ ਨੂੰ ਬਦਲਣ ਲਈ ਅੱਗੇ ਆਉਣ। ਨਾਲ ਹੀ ਉਹ ਅਜਿਹੇ ਨਾਇਕ ਦੀ ਤਲਾਸ਼ ਕਰਦਾ ਹੈ ਜੋ ਜਾਤੀ ਭੇਦਭਾਵ ਤੇ ਧਰਮਾਂ ਦੀ ਰਾਜਨੀਤੀ ਤੋਂ ਰਹਿਤ ਹੋਣ। ਸੋ ਇਹ ਨਾਟਕ ਜਾਂ ਇਹ ਇਕਾਂਗੀ ਜੋਤ ਤੋਂ ਜੋਤ ਜਗੇ ਦੀ ਅਗਲੀ ਕੜੀ ਬਣ ਕੇ ਸਾਹਮਣੇ ਆਉਂਦੀ ਹੈ, ਜਿਸ ਵਿੱਚ ਉਹ ਦੇਸ਼ ਆਜ਼ਾਦੀ ਦੇ ਸੰਘਰਸ਼ ਦੀ ਬਾਤ ਪਾਉਂਦਾ ਸੀ, ਪਰ ਇਹ ਆਜ਼ਾਦੀ ਤੋਂ ਬਾਅਦ ਫੈਲੇ ਉਸ ਭ੍ਰਿਸ਼ਟਾਚਾਰ ਦੀ ਗੱਲ ਕਰਦਾ ਹੈ ਜਿਹਦੇ ਵਿੱਚ ਰਿਸ਼ਵਤ, ਸਿਫਾਰਿਸ਼ ਤੇ ਭ੍ਰਿਸ਼ਟਾਚਾਰ ਨੇ ਨੌਜਵਾਨਾਂ ਦੇ ਸੁਪਨੇ ਚੂਰ ਕਰ ਦਿੱਤੇ ਨੇ ਤੇ ਨੌਜਵਾਨਾਂ ਨੂੰ ਨੌਕਰੀ ਲਈ, ਨਿਆਂ ਲਈ ਦਰ ਧੱਕੇ ਖਾਣੇ ਪੈਂਦੇ ਨੇ ਤੇ ਸਾਰੀਆਂ ਯੋਗਤਾਵਾਂ ਦੇ ਬਾਵਜੂਦ ਜਦੋਂ ਹੱਕ ਨਹੀਂ ਮਿਲਦਾ ਤਾਂ ਵਿਰੋਧ ਕਰਨਾ ਬੰਦੇ ਦਾ ਫਰਜ਼ ਬਣਦਾ ਹੈ। ਤੇ ਪਰ ਨੌਜਵਾਨ ਇਸ ਵਿਰੋਧ ਕਰਨ ਦਾ ਖਮਿਆਜ਼ਾ ਵੀ ਇਸ ਇਕਾਂਗੀ ਵਿੱਚ ਭੁਗਤਦੇ ਦਿਖਾਏ ਨੇ। ਅੰਤ ਤੇ ਜੇ ਗੱਲ ਕਰੀਏ ਇਸ ਸੰਦੇਸ਼ ਦੀ, ਤਾਂ ਇਹ ਇਕਾਂਗੀ ਨੌਜਵਾਨਾਂ ਨੂੰ, ਪਾਠਕਾਂ ਨੂੰ, ਦਰਸ਼ਕਾਂ ਨੂੰ ਇੱਕ ਸੁਨੇਹਾ ਦਿੰਦਾ ਪ੍ਰਤੀਤ ਹੁੰਦਾ ਹੈ ਕਿ ਸੰਘਰਸ਼ ਵਿੱਚ ਦੋਨੇ ਪੀੜ੍ਹੀਆਂ ਇੱਕ ਸਮਾਨ ਮੋਢਾ ਮੇਚ ਕੇ ਜੇ ਚੱਲਣ ਤਾਂ ਹੀ ਫਲ ਦੀ ਪ੍ਰਾਪਤੀ ਹੋ ਸਕਦੀ ਹੈ, ਤਾਂ ਹੀ ਸਮਾਜ ਦੇ ਵਿੱਚ ਸੁਧਾਰ ਹੋ ਸਕਦਾ ਹੈ। ਅੰਤ ਦੇ ਉੱਤੇ ਅਸੀਂ ਇਕਾਂਗੀ ਦੇ ਵਿੱਚ ਵੀ ਦੇਖਦੇ ਹਾਂ ਕਿ ਪਿਤਾ ਨੌਜਵਾਨ ਦੇ ਅੱਗੇ ਆਪਣੇ ਆਪ ਨੂੰ ਸਰੈਂਡਰ ਕਰਦਾ ਹੈ, ਉਸਦੀ ਹਰ ਉਹ ਗੱਲ ਮੰਨਦਾ ਹੈ ਤੇ ਉਸਦੇ ਨਾਲ ਮੋਢਾ ਮੇਚ ਕੇ ਚੱਲਣ ਦੀ ਗੱਲ ਕਰਦਾ ਹੈ। ਸੋ ਜੇ ਇਹਦੀਆਂ ਰੰਗਮੰਚੀ ਸੰਭਾਵਨਾਵਾਂ ਦੀ ਗੱਲ ਕਰੀਏ ਤਾਂ ਪ੍ਰੋਸੀਨੀਅਮ ਥੀਏਟਰ ਤੇ ਨੁੱਕੜ ਨਾਟਕ ਦੀ ਸ਼ੈਲੀ ਜਿਹੜੀ ਹੈ ਉਹ ਦੋਵੇਂ ਇਸ ਇਕਾਂਗੀ ਦੇ ਵਿੱਚ ਸਮਾਈਆਂ ਹੋਈਆਂ ਨੇ। ਇਹ ਨਾਟਕ ਦੇ ਰੂਪ ਵਿੱਚ ਇੱਕ ਬੰਦ ਥੀਏਟਰ ਦੇ ਵਿੱਚ ਵੀ ਖੇਡਿਆ ਜਾ ਸਕਦਾ। ਨਾਲ ਹੀ ਸਿੱਧੇ ਵਿਚਾਰਾਂ ਦੇ ਸੰਚਾਰ ਲਈ ਬਿਨਾਂ ਕਿਸੇ ਮੰਚ ਤੋਂ ਸਧਾਰਨ ਤੌਰ ਤੇ ਨੁੱਕੜ ਨਾਟਕ ਸ਼ੈਲੀ ਰਾਹੀਂ ਗਲੀਆਂ ਬਾਜ਼ਾਰਾਂ ਵਿੱਚ ਵੀ ਖੇਡਿਆ ਜਾ ਸਕਦਾ ਹੈ। ਸੋ ਵਿਸ਼ੇ ਤੇ ਰੂਪਕ ਪੱਖੋਂ ਇਹ ਨਵੀਨਤਾ ਪ੍ਰਾਪਤ ਇਕਾਂਗੀ ਬੜਾ ਹੀ ਮਹੱਤਵਪੂਰਨ ਹੈ ਤੇ ਗੁਰਸ਼ਰਨ ਸਿੰਘ ਨੂੰ ਪੰਜਾਬੀ ਇਕਾਂਗੀ ਦੇ ਵਿੱਚ ਇੱਕ ਵਿਸ਼ੇਸ਼ ਸਥਾਨ ਹਾਸਲ ਕਰਾਉਂਦਾ ਹੈ। ਤੋ ਅੱਜ ਦੇ ਇਸ ਲੈਕਚਰ, ਇਸ ਵਿਚਾਰ ਚਰਚਾ ਲਈ ਇੰਨਾ ਹੀ। ਧੰਨਵਾਦ।